हेलो एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12th ਕਲਾਸ ਦੀ ਬੁੱਕ ਵੈਲਕਮ ਲਾਈਫ, ਉਹਦਾ 8ਵਾਂ ਲੈਸਨ ਸੈਲਫ ਕੌਨਫੀਡੈਂਸ ਐਂਡ ਕ੍ਰੀਏਟਿਵ ਥਿੰਕਿੰਗ, ਸਵੈ ਵਿਸ਼ਵਾਸ ਅਤੇ ਰਚਨਾਤਮਕ ਸੋਚ, ਤੇ ਉਹਦਾ ਆਪਾਂ ਸੈਕੰਡ ਪਾਰਟ ਕਰਨ ਜਾ ਰਹੇ ਹਾਂ ਪ੍ਰੋਬਲਮਸ ਐਂਡ ਸੋਲੂਸ਼ਨਸ, ਯਾਨੀ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਬਾਰੇ ਪੜਾਂਗੇ। ਇਸ ਪਾਰਟ ਦੇ ਆਬਜੈਕਟਿਵਸ ਕੀ ਨੇ? To develop self-confidence in students, ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਨੂੰ ਪੈਦਾ ਕਰਨਾ। Second, to make the students realize that no task is impossible in life, ਵਿਦਿਆਰਥੀਆਂ ਨੂੰ ਇਹ ਹੌਸਲਾ ਦਿਲਾਣਾ ਕਿ ਜੀਵਨ ਦੇ ਵਿੱਚ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ ਜਾਂ ਕੋਈ ਵੀ ਕੰਮ ਐਦਾਂ ਨਹੀਂ ਹੋ ਸਕਦਾ ਜੋ ਅਸੰਭਵ ਹੋਏ। Third, to instill in the students the tendency to come up with meaningful solutions to every problem, ਵਿਦਿਆਰਥੀਆਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਕਰਨਾ ਕਿ ਉਹ ਹਰ ਪ੍ਰਕਾਰ ਦੀ ਜਿਹੜੀ ਸਮੱਸਿਆ ਹੈਗੀ ਹੈ ਉਹਨੂੰ ਚੰਗੇ ਤਰੀਕੇ ਦੇ ਨਾਲ ਹੱਲ ਕਰ ਸਕਣ, ਜਾਂ ਉਹਦਾ ਜਿਹੜਾ ਹੱਲ ਹੈਗਾ ਉਹ ਹੋਣਹਾਰ ਤਰੀਕੇ ਦੇ ਨਾਲ ਕੱਢਣ, ਯਾਨੀ ਵੱਖਰੀ ਸੋਚ ਰੱਖ ਕੇ ਉਹਨੂੰ ਸੋਲਵ ਕਰਨ। ਅਕੋਰਡਿੰਗ ਟੂ ਸਾਈਕੋਲੋਜੀ ਦੇ ਹਿਸਾਬ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਹਾਂ ਮਨੋਵਿਗਿਆਨ, A problem is a psychological process, ਜਿਹੜੀ ਸਮੱਸਿਆ ਹੈਗੀ ਹੈ ਉਹ ਇੱਕ ਮਨੋਵਿਗਿਆਨਿਕ ਪ੍ਰਤੀਕਿਰਿਆ ਹੈਗੀ ਹੈ that is related to some complexity, obstacles or difficulty। ਹੁਣ ਇਹ ਸਾਈਕੋਲੋਜੀਕਲ ਪ੍ਰੋਸੈਸ ਹੁੰਦਾ ਹੈ ਇੱਕ ਪ੍ਰੋਬਲਮ ਦਾ। ਪ੍ਰੋਬਲਮ ਕੀ ਹੁੰਦੀ ਹੈ? ਜਿਹੜੀ ਕਿ ਕੋਈ ਮੁਸ਼ਕਲ ਹੋਏ, ਜਿਹਦੇ ਵਿੱਚ ਉਲਝਣਾ ਹੋਣ, ਜਿਹਦੇ ਵਿੱਚ ਰੁਕਾਵਟ ਹੋਏ, ਜਿਹਦੇ ਵਿੱਚ ਮੁਸ਼ਕਲਾਂ ਹੋਣ, ਉਹੀ ਹੁੰਦੀ ਹੈ ਪ੍ਰੋਬਲਮ। In real life, we face a lot of problems। ਅਸਲ ਜ਼ਿੰਦਗੀ ਵਿੱਚ ਸਾਨੂੰ ਬਹੁਤ ਸਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। We should not panic when there is some problem। ਤੇ ਸਾਨੂੰ ਸਮੱਸਿਆ ਨੂੰ ਦੇਖ ਕੇ ਘਬਰਾਣਾ ਨਹੀਂ ਚਾਹੀਦਾ। We should try to find different solutions to overcome that problem। ਤੇ ਸਾਨੂੰ ਸਮੱਸਿਆ ਨੂੰ ਦੂਰ ਕਰਨ ਦੇ ਲਈ ਵੱਖ-ਵੱਖ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। It's our psychological condition that makes the problem bigger or smaller। ਇਹ ਸਾਡੀ ਮਨੋਵਿਗਿਆਨਿਕ ਸਥਿਤੀ ਹੈ ਜੋ ਸਮੱਸਿਆ ਨੂੰ ਵੱਡਾ ਜਾਂ ਛੋਟਾ ਬਣਾ ਦਿੰਦੀ ਹੈ। Whenever there is a problem, ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ, try to understand it with ease। ਉਹਨੂੰ ਆਸਾਨੀ ਨਾਲ ਸਮਝਣ ਦੀ ਕੋਸ਼ਿਸ਼ ਕਰੋ ਵੀ ਸਮੱਸਿਆ ਹੈ ਕੀ। First think about all the possible solutions। ਪਹਿਲੇ ਸਮੱਸਿਆ ਨੂੰ ਸਮਝੋ, ਉਸ ਤੋਂ ਬਾਅਦ ਉਸਦੇ ਜਿਹੜੇ ਸੰਭਵ ਹੱਲ ਹੈਗੇ ਨੇ ਉਹਨਾਂ ਬਾਰੇ ਸੋਚੋ। Then make efforts to solve it with patience and intelligence। ਤੇ ਫਿਰ ਧੀਰਜ ਦੇ ਨਾਲ, ਬੁੱਧੀ ਦੇ ਨਾਲ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। A time will come when you will be able to solve even the biggest problem with your creative thinking। ਤੇ ਜੇ ਤੁਸੀਂ ਏਦਾਂ ਕਰਦੇ ਕਰਦੇ ਆਪਣੀ ਪ੍ਰੋਬਲਮਸ ਨੂੰ ਸੋਲਵ ਕਰਨਾ ਸ਼ੁਰੂ ਕਰ ਦੋਗੇ ਤਾਂ ਇੱਕ ਸਮਾਂ ਆਏਗਾ ਜਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੱਡੀ ਤੋਂ ਵੱਡੀ ਸਮੱਸਿਆ ਨੂੰ ਵੀ ਸਹੀ ਸੋਚ ਰੱਖਦੇ ਹੋਏ ਸੋਲਵ ਕਰ ਸਕੋਗੇ। There can be many solutions to the same problem। ਇੱਕ ਹੀ ਸਮੱਸਿਆ ਦੇ ਬਹੁਤ ਸਾਰੇ ਹੱਲ ਹੋ ਸਕਦੇ ਨੇ, out of which choosing the appropriate solution depends on our sharp thinking। ਤੇ ਕਿਉਂਕਿ ਇੰਨੇ ਸਾਰੇ ਹੱਲ ਹੋ ਸਕਦੇ ਨੇ ਕਿਸੇ ਵੀ ਸਮੱਸਿਆ ਦੇ, ਤੇ ਸਾਡੀ ਜਿਹੜੀ ਸੋਚ ਹੈਗੀ ਉਹ ਇੱਥੇ ਜਾਣੀ ਚਾਹੀਦੀ ਹੈ ਵੀ ਹਾਂ ਇਸ ਦਾ ਸਭ ਤੋਂ ਸਹੀ ਜਿਹੜਾ ਹੱਲ ਹੈਗਾ ਉਹ ਕਿਹੜਾ ਹੈਗਾ, ਤੇ ਉਹ ਸਾਰਾ ਨਿਰਭਰ ਕਰਦਾ ਸਾਡੀ ਸੋਚ ਤੇ ਵੀ ਆਪਾਂ ਕਿਵੇਂ ਸੋਚ ਸਕਦੇ ਹਾਂ ਵੀ ਹਾਂ ਇਹ ਸਹੀ ਹੱਲ ਹੋ ਸਕਦਾ ਹੈ। In the class, the teacher will show a picture of a student facing a problem and discuss about different solutions to the problem। ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਜਿਹੜੇ ਅਧਿਆਪਕ ਨੇ ਉਹ ਇੱਕ ਪਿਕਚਰ ਦਿਖਾਣਗੇ, ਆ ਦੇਖੋ, ਜਿਹਦੇ ਵਿੱਚ ਜਿਹੜਾ ਬੱਚਾ ਹੈਗਾ ਉਹ ਇੱਕ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਹੈ, ਤੇ ਫਿਰ ਕਲਾਸ ਦੇ ਵਿੱਚ ਆਪਸ ਵਿੱਚ ਡਿਸਕਸ਼ਨ, ਚਰਚਾ ਕਰਵਾਉਣਗੇ ਵੀ ਇਹਦੇ ਕਿਹੜੇ-ਕਿਹੜੇ ਵੱਖਰੇ ਸੁਝਾਅ ਹੋ ਸਕਦੇ ਨੇ, ਸੋਲੂਸ਼ਨ ਹੋ ਸਕਦੇ ਨੇ। The teacher narrates the student's life that is as follow। ਹੁਣ ਸਮੱਸਿਆ ਕੀ ਹੈ? ਅਧਿਆਪਕ ਇਹ ਕਹਾਣੀ ਦੱਸਣਗੇ ਇਸ ਬੱਚੇ ਦੀ ਜਿਹਦੇ ਸਾਹਮਣੇ ਇੱਕ ਸਮੱਸਿਆ ਹੈਗੀ ਹੈ। ਚਲੋ ਇਸ ਕਹਾਣੀ ਨੂੰ ਆਪਾਂ ਪੜ੍ਹਦੇ ਹਾਂ। There was a young man named Gaurav who was always restless। ਗੌਰਵ ਨਾਂ ਦਾ ਇੱਕ ਨੌਜਵਾਨ ਸੀ ਜੋ ਹਮੇਸ਼ਾ ਬੇਚੈਨ ਰਹਿੰਦਾ ਸੀ। ਰੈਸਟਲੈਸ ਦਾ ਮਤਲਬ ਬੇਚੈਨ। He was afraid of facing any problem।
ਤੇ ਉਹ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਤੋਂ ਵੀ ਡਰਦਾ ਸੀ। He started crying whenever he faced any problem. ਤੇ ਜਦੋਂ ਵੀ ਉਹ ਕੋਈ ਵੀ ਮੁਸ਼ਕਲ ਆਂਦੀ ਸੀ ਉਹਦੀ ਜ਼ਿੰਦਗੀ ਦੇ ਵਿੱਚ ਤੇ ਉਹ ਰੋਣ ਲੱਗ ਜਾਂਦਾ ਸੀ। His elder sister often helped him to get out of this situation. ਤੇ ਉਸਦੀ ਵੱਡੀ ਭੈਣ ਅਕਸਰ ਉਸਦੀ ਮਦਦ ਕਰਦੀ ਸੀ ਉਹਨੂੰ ਉਸ ਸਥਿਤੀ ਤੋਂ ਬਾਹਰ ਕੱਢਣ ਦੇ ਲਈ। This made him depend on his sister and soon he lost all his courage. ਕਿਉਂਕਿ ਉਹਦੀ ਵੱਡੀ ਭੈਣ ਉਹਦੀ ਬਹੁਤ ਮਦਦ ਕਰਦੀ ਸੀ, ਇਸ ਨਾਲ ਉਹ ਆਪਣੀ ਵੱਡੀ ਭੈਣ ਤੇ ਨਿਰਭਰ ਹੋ ਗਿਆ ਸੀ ਤੇ ਆਪਣੇ ਉੱਤੇ ਉਹਦਾ ਜਿਹੜਾ ਹੌਸਲਾ ਸੀ ਉਹ ਖਤਮ ਹੋ ਗਿਆ ਸੀ। His father did not like his son to be a crying baby. ਤੇ ਉਸਦੇ ਪਿਤਾ ਨੂੰ ਇਹ ਪਸੰਦ ਨਹੀਂ ਸੀ ਕਿ ਉਹਦਾ ਪੁੱਤਰ ਜਿਹੜਾ ਹੈਗਾ ਉਹ ਇੱਕ ਰੋਣ ਵਾਲਾ ਬੱਚਾ ਹੈਗਾ, ਯਾਨੀ ਕਿ ਹਮੇਸ਼ਾ ਰੋਂਦਾ ਰਹਿੰਦਾ। He wanted his son to become strong and face his difficulties with self-confidence. ਉਹ ਚਾਹੁੰਦੇ ਸੀ ਕਿ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਸਟਰੋਂਗ ਬਣੇ ਤੇ ਆਤਮ ਵਿਸ਼ਵਾਸ ਦੇ ਨਾਲ ਸਾਰੀਆਂ ਆਪਣੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਉਹਨਾਂ ਦਾ ਸਾਹਮਣਾ ਕਰੇ। One day, Gaurav was upset over something. ਤੇ ਇੱਕ ਦਿਨ ਗੌਰਵ ਕਿਸੇ ਗੱਲ ਤੇ ਬਹੁਤ ਪਰੇਸ਼ਾਨ ਸੀ। When his father saw him weeping in the courtyard, ਤੇ ਜਦੋਂ ਉਸਦੇ ਪਿਤਾ ਜੀ ਨੇ ਉਸਨੂੰ ਵਿਹੜੇ ਵਿੱਚ ਰੋਂਦੇ ਹੋਏ ਦੇਖਿਆ, ਕੋਰਟਯਾਰਡ ਯਾਨੀ ਵਿਹੜੇ, ਕੋਰਟਯਾਰਡ ਆਫ ਦ ਬੰਗਲੋ, ਆਪਣੇ ਬੰਗਲੇ ਦੇ ਵਿਹੜੇ ਵਿੱਚੋਂ ਰੋ ਰਿਹਾ ਸੀ। He said to him, "Why are you crying?" ਪਿਤਾ ਜੀ ਨੇ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਰੋ ਕਿਉਂ ਰਹੇ ਹੋ? In tears, Gaurav told his father that he had gone to his friend's house to play games on his laptop. ਤੇ ਉਸਨੇ ਆਪਣੇ ਪਿਤਾ ਜੀ ਨੂੰ ਰੋਂਦੇ ਹੋਏ ਦੱਸਿਆ ਵੀ ਮੈਂ ਆਪਣੇ ਦੋਸਤ ਦੇ ਘਰੇ ਗਿਆ ਸੀ ਖੇਡਣ ਦੇ ਲਈ ਤੇ ਅਸੀਂ ਜਿਹੜੀ ਖੇਡ ਖੇਡਣੀ ਸੀ ਉਹ ਦਰਅਸਲ ਉਹਦੇ ਲੈਪਟਾਪ ਤੇ ਸੀ। Suddenly the laptop fell from his hand and broke. ਪਰ ਅਚਾਨਕ ਉਸਦੇ ਹੱਥ ਤੋਂ ਲੈਪਟਾਪ ਡਿੱਗ ਗਿਆ ਤੇ ਉਹ ਟੁੱਟ ਗਿਆ। He was very much scared and could not understand what to do. ਉਹ ਕਹਿੰਦਾ ਮੈਂ ਬਹੁਤ ਘਬਰਾ ਗਿਆ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਕਰਨਾ ਚਾਹੀਦਾ। So he wanted to go to his elder sister again for the solution. ਤੇ ਮੈਂ ਚਾਹੁੰਦਾ ਸੀ ਵੀ ਮੈਂ ਆਪਣੀ ਵੱਡੀ ਭੈਣ ਕੋਲ ਜਾਵਾਂ ਫੇਰ, ਕਿਉਂਕਿ ਉਹ ਮੈਨੂੰ ਇਸ ਸਥਿਤੀ ਤੋਂ ਬਾਹਰ ਕੱਢ ਸਕਦੇ ਸੀ ਜਿਵੇਂ ਹਮੇਸ਼ਾ ਕੱਢਦੇ ਨੇ। But his father stopped him from going to her. ਪਰ ਉਹਦੇ ਪਿਤਾ ਜੀ ਨੇ ਉਹਨੂੰ ਰੋਕਤਾ ਵੀ ਤੁਸੀਂ ਆਪਣੀ ਭੈਣ ਕੋਲ ਨਹੀਂ ਜਾਣਾ। And told him to solve his problem himself. ਤੇ ਦੱਸਿਆ ਵੀ ਤੁਸੀਂ ਇਸ ਸਮੱਸਿਆ ਦਾ ਜਿਹੜਾ ਹੱਲ ਹੈਗਾ ਉਹ ਆਪਣੇ ਆਪ ਕੱਢੋ। Gaurav, but how? Father said there is a solution to every problem. Gaurav ਕਹਿੰਦਾ ਮੈਂ ਕਿਵੇਂ ਕੱਢਾਂ? ਤੇ ਫਿਰ ਪਿਤਾ ਜੀ ਨੇ ਕਿਹਾ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ। He must find it out himself. ਤੁਹਾਨੂੰ ਆਪਣੇ ਆਪ ਲੱਭਣਾ ਚਾਹੀਦਾ ਵੀ ਇਸ ਸਮੱਸਿਆ ਦਾ ਹੱਲ ਕੀ ਹੋਊਗਾ। After narrating the above story, the teacher will discuss the different steps involved in solving a problem with the participation of the students. ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਜਾਂ ਦੱਸਣ ਤੋਂ ਬਾਅਦ ਅਧਿਆਪਕ ਇਸ ਨੂੰ ਹੱਲ ਕਰਨ ਦੇ ਵਿੱਚ ਜਿਹੜੇ ਵੱਖ-ਵੱਖ ਪੜਾਅ ਸ਼ਾਮਲ ਹੈਗੇ ਨੇ ਉਹਨਾਂ ਬਾਰੇ ਬੱਚਿਆਂ ਦੇ ਨਾਲ ਚਰਚਾ ਕਰਨਗੇ। ਕਿਹੜੇ-ਕਿਹੜੇ ਪੜਾਅ ਹੈਗੇ ਨੇ, ਸਟੈਪਸ ਹੈਗੇ ਨੇ। Steps of the process involved in solving a problem. ਹੱਲ ਕੱਢਣ ਦੇ ਲਈ ਜਿਹੜੀ ਪ੍ਰਤੀਕਿਰਿਆ ਹੋਣੀ ਚਾਹੀਦੀ ਉਹਦੇ ਕਿਹੜੇ-ਕਿਹੜੇ ਪੜਾਅ ਹੈਗੇ ਨੇ। ਨੰਬਰ 1, ਸਟੈਪ 1, ਆਈਡੈਂਟੀਫਾਈ ਦ ਪ੍ਰੋਬਲਮ, ਸਮੱਸਿਆ ਨੂੰ ਪਛਾਣੋ। ਸੈਕਿੰਡ, think of some ideas to solve the problem and make a list of the ideas. ਸਮੱਸਿਆ ਨੂੰ ਹੱਲ ਕਰਨ ਦੇ ਲਈ ਕੁਝ ਵਿਚਾਰਾਂ ਬਾਰੇ ਸੋਚੋ ਤੇ ਉਹਨਾਂ ਵਿਚਾਰਾਂ ਦੀ, ਆਈਡੀਆਜ਼ ਦੀ ਇੱਕ ਸੂਚੀ ਬਣਾ ਲਓ, ਲਿਸਟ ਬਣਾ ਲਓ। ਥਰਡ, ਚੂਜ਼ ਦ ਬੈਸਟ ਆਈਡੀਆ, ਜਿਹੜਾ ਸਭ ਤੋਂ ਵਧੀਆ ਵਿਚਾਰ ਹੈਗਾ ਉਹਨੂੰ ਤੁਸੀਂ ਚੂਜ਼ ਕਰ ਲਓ। ਫੋਰਥ, ਅੰਡਰਸਟੈਂਡ ਦੀ ਆਈਡੀਆ ਵੈਲ ਐਂਡ ਕਮ ਟੂ ਅ ਕਨਕਲੂਜਨ ਫॉर ਦ ਸੋਲੂਸ਼ਨ। ਇਸ ਵਿਚਾਰ ਨੂੰ ਚੰਗੀ ਤਰ੍ਹਾਂ ਸਮਝੋ ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਜਿਹੜਾ ਹੱਲ ਹੈਗਾ ਉਹਦੇ ਸਿੱਟੇ ਤੇ ਪਹੁੰਚੋ। ਫਿਫਥ, ਇਵੈਲੂਏਟ ਦ ਰਿਜ਼ਲਟ, ਫਿਰ ਆਪਣਾ ਜਿਹੜਾ ਨਤੀਜਾ ਹੈਗਾ, ਜਿਹੜਾ ਤੁਸੀਂ ਸੋਲੂਸ਼ਨ ਕੱਢਿਆ ਹੈਗਾ ਉਹ ਸਹੀ ਹੈ ਜਾਂ ਗਲਤ ਹੈਗਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨੂੰ ਇਵੈਲੂਏਟ ਕਰੋ। ਪ੍ਰੋਬਲਮ ਸੋਲਵਿੰਗ ਪ੍ਰੋਸੈਸ ਇਜ਼ ਐਸ ਫੋਲੋਜ਼। ਜਿਵੇਂ ਪ੍ਰੋਬਲਮ ਆਪਾਂ ਸੋਲਵ ਕਰਦੇ ਉਹਦੇ ਵਿੱਚ ਕੀ ਪ੍ਰੋਸੈਸ ਹੈਗੇ ਨੇ ਇਹ ਲਿਸਟ ਦਿੱਤੀ ਹੋਈ ਹੈ। ਜਿਵੇਂ ਆਪਾਂ ਉੱਤੇ ਪੜ੍ਹਿਆ,
फर्स्ट स्टेप आइडेंटिफाई करना, प्रॉब्लम ਨੂੰ ਪਛਾਣਨਾ। ਸੈਕੰਡ ਸਟੈਪ थिंक ऑफ सम आइडियाज टू सॉल्व द प्रॉब्लम, सोचना विचार करना कुछ समस्यावां ਦੇ हल बारे ਤੇ ਉਹਨਾਂ ਦੀ ਰੁਚि ਬਣਾਉਣਾ। थर्ड चूज द बेस्ट आइडिया, ਜਿਹੜਾ बेस्ट आइडिया ਉਹਨੂੰ ਚੂਜ਼ ਕਰੋ। अंडरस्टैंड द आइडिया वेल, उस आइडिया ਨੂੰ ਚੰਗੀ ਤਰ੍ਹਾਂ ਸਮਝਣਾ ਹੈ। एंड कम टू अ कंक्लूजन फॉर द सोल्यूशन, भी सोल्यूशन ਕੀ ਹੋਣਾ ਚਾਹੀਦਾ ਹੈ ਉਹਦੇ ਤੇ ਆਣਾ। ਇਵੈਲੂਏਟ ਦੀ ਆਂਸਰ, ਫਿਰ ਜੋ ਤੁਸੀਂ ਸੋਲੂਸ਼ਨ ਕੱਢਿਆ ਹੈ ਉਹਨੂੰ ਇਵੈਲੂਏਟ ਕਰੋ ਵੀ ਠੀਕ ਹੈਗਾ ਜਾਂ ਗਲਤ ਹੈਗਾ। ਇਹ ਸਾਰੇ ਸਟੈਪਸ ਨੇ, ਸਟੈਪਸ ਆਫ ਦ ਪ੍ਰੋਸੈਸ ਇਨਵੋਲਵਡ ਇਨ ਸੋਲਵਿੰਗ ਅ ਪ੍ਰੋਬਲਮ। ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਇਹ ਸਾਰੇ ਸਟੈਪਸ ਫੋਲੋ ਕਰਨੇ ਜ਼ਰੂਰੀ ਨੇ। ਨਾਓ ਅਕੋਰਡਿੰਗ ਟੂ ਦੀ ਅਬਵ ਸਟੋਰੀ, the ideas that came to Gaurav's mind to solve the problem and their results can be as follows। ਹੁਣ ਦੇਖੋ ਉੱਤੇ ਜਿਹੜੀ ਆਪਾਂ ਕਹਾਣੀ ਪੜ੍ਹੀ ਹੈ ਉਹਦੇ ਹਿਸਾਬ ਦੇ ਨਾਲ ਗੌਰਵ ਦੇ ਦਿਮਾਗ ਦੇ ਵਿੱਚ ਪ੍ਰੋਬਲਮ ਨੂੰ, ਆਪਣੀ ਸਮੱਸਿਆ ਨੂੰ ਸੋਲਵ ਕਰਨ ਦੇ ਲਈ ਜਿਹੜੇ ਆਈਡੀਆਜ਼ ਆਏ ਨੇ ਉਹ ਇੱਥੇ ਲਿਖੇ ਹੋਏ ਨੇ ਤੇ ਉਹਨਾਂ ਦੇ ਨਤੀਜੇ ਕੀ ਹੋਣਗੇ, ਰਿਜ਼ਲਟ ਕੀ ਹੋਣਗੇ, ਉਹ ਇੱਥੇ ਲਿਖੇ ਹੋਏ ਨੇ। ਚਲੋ ਸ਼ੁਰੂ ਕਰਦੇ ਹਾਂ। ਜਿਵੇਂ ਸਭ ਤੋਂ ਪਹਿਲਾਂ ਗੌਰਵ ਕਹਿੰਦਾ ਹੈ, I could have told that the screen was already broken when I saw the laptop। ਉਹ ਕਹਿੰਦਾ ਮੈਂ ਹੋ ਸਕਦਾ ਆਪਣੇ ਦੋਸਤ ਨੂੰ ਕਹਿ ਦਿੰਦਾ ਵੀ ਲੈਪਟਾਪ ਦੀ ਜਿਹੜੀ ਸਕਰੀਨ ਹੈਗੀ ਉਹ ਪਹਿਲਾਂ ਤੋਂ ਹੀ ਟੁੱਟੀ ਹੋਈ ਸੀ, ਜਦੋਂ ਮੈਂ ਫੜਿਆ ਉਹ ਤੋਂ ਪਹਿਲਾਂ ਹੀ ਟੁੱਟੀ ਹੋਈ ਸੀ, ਮੈਂ ਨਹੀਂ ਤੋੜੀ। ਤੇ ਇਹਦਾ ਰਿਜ਼ਲਟ ਕੀ ਹੋਏਗਾ? ਟੂ ਰਿਸਕੀ, ਬਹੁਤ ਜ਼ਿਆਦਾ ਇਹਦੇ ਵਿੱਚ ਰਿਸਕ ਹੈਗਾ, ਹੈ ਨਾ, ਜੋਖਮ ਹੈਗਾ। ਕਿਉਂ? ਗੌਰਵ ਇਜ਼ ਟੈਲਿੰਗ ਅ ਲਾਈ ਟੂ ਹਿਜ਼ ਫਰੈਂਡ, ਗੌਰਵ ਆਪਣੇ ਦੋਸਤ ਨੂੰ ਝੂਠ ਬੋਲ ਰਿਹਾ ਹੈ। whereas his friend knows the truth, ਤੇ ਉਹਦੇ ਦੋਸਤ ਨੂੰ ਤਾਂ ਸੱਚ ਪਤਾ ਹੈ। and Gaurav can lose his friendship, ਤੇ ਹੋ ਸਕਦਾ ਉਹਨਾਂ ਦੀ ਜਿਹੜੀ ਦੋਸਤੀ ਉਹ ਟੁੱਟ ਜੇ। ਦੂਜਾ ਕੰਮ ਕੀ ਕਰ ਸਕਦਾ ਹੈ? I could have told that the laptop was not working initially, ਤੇ ਮੈਂ ਉਹਨੂੰ ਕਹਿ ਸਕਦਾ ਸੀ ਕਿ ਪਹਿਲਾਂ ਤੋਂ ਹੀ ਜਿਹੜਾ ਲੈਪਟਾਪ ਹੈਗਾ ਉਹ ਸਹੀ ਕੰਮ ਨਹੀਂ ਕਰ ਰਿਹਾ। ਹੁਣ ਇਹਦਾ ਰਿਜ਼ਲਟ ਕੀ ਹੋਏਗਾ? ਰਿਸਕੀ। ਇਹਦੇ ਵਿੱਚ ਵੀ ਹੈਗਾ ਜੋਖਮ ਪਰ ਘੱਟ ਹੈਗਾ। ਕੀ ਹੈਗਾ ਇਹਦੇ ਵਿੱਚ? ਗੌਰਵ ਇਜ਼ ਟੈਲਿੰਗ ਅ ਲਾਈ ਟੂ ਹਿਜ਼ ਫਰੈਂਡ, ਗੌਰਵ ਆਪਣੇ ਦੋਸਤ ਨੂੰ ਇਹਦੇ ਵਿੱਚ ਵੀ ਝੂਠ ਬੋਲ ਰਿਹਾ ਹੈ। whereas his friend knows the truth, ਦੋਸਤ ਨੂੰ ਤਾਂ ਸੱਚ ਪਤਾ ਹੀ ਹੈ। and Gaurav can lose his friendship, ਉਹੀ ਗੱਲ, ਉਹਨੇ ਆਪਣੇ ਦੋਸਤ ਨੂੰ ਝੂਠ ਬੋਲਿਆ, ਦੋਸਤ ਨੂੰ ਸੱਚ ਪਤਾ ਹੈ ਤੇ ਦੋਸਤੀ ਤਾਂ ਟੁੱਟ ਹੀ ਸਕਦੀ ਹੈ। ਤੀਜਾ, I could have told that I would get the laptop repaired, ਮੈਂ ਉਹਨੂੰ ਕਹਿ ਸਕਦਾ ਸੀ ਵੀ ਤੇਰਾ ਲੈਪਟਾਪ ਮੇਰੇ ਤੋਂ ਗਿਰ ਕੇ ਟੁੱਟਿਆ ਤੇ ਮੈਂ ਉਹਨੂੰ ਠੀਕ ਕਰਾ ਦਾਂਗਾ, ਉਹਦੀ ਮੁਰੰਮਤ ਕਰਾ ਦਾਂਗਾ। ਇਹਦਾ ਰਿਜ਼ਲਟ ਕੀ ਹੋਊਗਾ? ਲੈਸ ਰਿਸਕੀ, ਯਾਨੀ ਜੋਖਮ ਘੱਟ ਹੈਗਾ ਇਹਦੇ ਵਿੱਚ। ਗੌਰਵ's friend may get angry, ਉਹਦੇ ਦੋਸਤ ਨੂੰ ਹੋ ਸਕਦਾ ਹੈ ਗੁੱਸਾ ਆਏ, but he will be successful in saving his friendship as well as his honesty। ਪਰ ਗੁੱਸਾ ਤਾਂ ਆਊਗਾ ਬਟ ਇਸ ਦੇ ਨਾਲ ਇੱਕ ਤਾਂ ਉਹ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰ ਸਕਦਾ ਹੈ ਤੇ ਦੂਜਾ ਉਹਦੀ ਦੋਸਤੀ ਵੀ ਨਹੀਂ ਟੁੱਟੂਗੀ। The students of the whole class will be divided into 4 groups। ਹੁਣ ਇਹ 3 ਆਈਡੀਆਜ਼ ਨੇ। ਕਲਾਸ ਨੂੰ ਆਪਾਂ 4 ਗਰੁੱਪਸ ਦੇ ਵਿੱਚ ਵੰਡ ਦੇਣਾ ਹੈ। One student from each group will speak turn wise, ਇੱਕ ਇੱਕ ਕਰਕੇ ਹਰੇਕ ਬੱਚਾ ਜਿਹੜਾ ਹਰ ਗਰੁੱਪ ਦੇ ਵਿੱਚੋਂ ਟਰਨ ਵਾਈਜ਼ ਆਪਣਾ ਜਵਾਬ ਦੇਗਾ ਵੀ ਕੀ ਹੋਣਾ ਚਾਹੀਦਾ ਇਹਦਾ ਜਵਾਬ। ਜਿਵੇਂ ਪਹਿਲੀ ਐਕਟੀਵਿਟੀ ਦੇ ਵਿੱਚ A student from the first group speaks in front of the class, ਪਹਿਲੇ ਗਰੁੱਪ ਦੇ ਵਿੱਚੋਂ ਇੱਕ ਬੱਚਾ ਜਿਹੜਾ ਹੈ ਕਲਾਸ ਦੇ ਸਾਹਮਣੇ ਬੋਲਦਾ ਹੈ। Problem solving skills can make you confident and independent, ਯਾਨੀ ਸਮੱਸਿਆ ਹੱਲ ਕਰਨ ਦਾ ਜਿਹੜਾ ਹੁਨਰ ਹੈ ਉਹ ਤੁਹਾਡੇ ਵਿੱਚ ਆਤਮ ਵਿਸ਼ਵਾਸ ਤੇ ਤੁਹਾਨੂੰ ਇੰਡੀਪੈਂਡੈਂਟ ਯਾਨੀ ਆਪਣੇ ਸਵੈ ਨਿਰਭਰ ਬਣਾਉਂਦਾ ਹੈ। ਨਾਓ ਇਫ ਯੂ ਹੈਵ ਅ ਪ੍ਰੋਬਲਮ ਇਨ ਰੀਅਲ ਲਾਈਫ, ਜੇ ਅਸਲ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲੇ ਕੋਈ ਸਮੱਸਿਆ ਆ ਜਾਂਦੀ ਹੈ, think first and take a sheet of paper and write down all the options। ਜਿਵੇਂ ਕੋਈ ਸਮੱਸਿਆ ਆ ਗਈ ਉਹਦੇ ਕਿਹੜੇ ਕਿਹੜੇ ਆਪਸ਼ਨਸ ਹੈਗੇ ਨੇ ਉਹ ਤੁਸੀਂ ਲਿਖ ਲਓ, ਉਹਦੇ ਕੀ ਕੀ ਸੋਲੂਸ਼ਨ ਨੇ, ਕਿਉਂਕਿ ਬਹੁਤ ਸਾਰੇ ਹੋ ਸਕਦੇ ਨੇ। ਚੂਜ਼ ਦੀ ਐਥੀਕਲ ਸੂਟੇਬਲ ਆਪਸ਼ਨ ਓਨੈਸਟਲੀ, ਜਿਹੜਾ ਤੁਹਾਨੂੰ ਲੱਗਦਾ ਹੈ ਵੀ ਆਪਸ਼ਨ ਜਿਹੜਾ ਹੈਗਾ ਉਹ ਨੈਤਿਕ ਤੌਰ ਤੇ ਢੁਕਵਾਂ ਹੈਗਾ, ਠੀਕ ਹੈਗਾ, ਉਹਨੂੰ ਤੁਸੀਂ ਚੂਜ਼ ਕਰ ਲਓ। If that option is the best, then think about implementing it। ਜੇ ਤੁਹਾਨੂੰ ਲੱਗਦਾ ਹੈ ਵੀ ਹਾਂ ਇਹ ਜਿਹੜਾ ਆਪਸ਼ਨ ਹੈ ਇਹ ਸਭ ਤੋਂ ਸਹੀ ਹੈਗਾ ਫਿਰ ਇਹਨੂੰ ਲਾਗੂ ਕਰੋ।
ਜਿਵੇਂ ਉੱਤੇ ਬੱਚੇ ਡਿਸਕਸ ਕਰ ਰਹੇ ਨੇ ਵੀ ਕਿਹੜਾ ਆਪਸ਼ਨ ਚੂਜ਼ ਕਰਨਾ ਚਾਹੀਦਾ ਤੇ ਕਿਉਂ ਕਰਨਾ ਚਾਹੀਦਾ, ਉਵੇਂ ਹੀ ਆਮ ਜ਼ਿੰਦਗੀ ਦੇ ਵਿੱਚ ਵੀ ਜੇ ਕੋਈ ਮੁਸ਼ਕਲ ਆ ਜਾਏ ਤਾਂ ਤੁਹਾਨੂੰ ਇਦਾਂ ਹੀ ਆਪਸ਼ਨਸ ਬਣਾ ਕੇ ਚੂਜ਼ ਕਰਨਾ ਚਾਹੀਦਾ ਵੀ ਕਿਹੜਾ ਸਭ ਤੋਂ ਢੁਕਵਾਂ ਹੈਗਾ। ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ, ਡਾਇਰੈਕਟਡ ਬਾय ਦ ਟੀਚਰ, ਅਧਿਆਪਕ ਦੁਆਰਾ ਨਿਰਦੇਸ਼ ਦਿੱਤਾ ਜਾਏਗਾ। ਅ ਸਟੂਡੈਂਟ ਫਰੋਮ ਦ ਸੈਕੰਡ ਗਰੁੱਪ ਤੋਂ, ਦੂਜੇ ਗਰੁੱਪ ਤੋਂ speaks in front of the class how to solve a problem। ਉਹ ਬੱਚਿਆਂ ਸਾਹਮਣੇ ਬੋਲਦਾ ਹੈ ਵੀ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਹੈ। Suppose a student from our class is a deputy commissioner। ਮੰਨ ਲਓ ਤੁਹਾਡੀ ਕਲਾਸ ਦੇ ਵਿੱਚੋਂ ਇੱਕ ਜਿਹੜਾ ਬੱਚਾ ਹੈਗਾ ਉਹ ਡੈਪੂਟੀ ਕਮਿਸ਼ਨਰ ਹੈਗਾ, ਪੁਲਿਸ ਦਾ ਬੰਦਾ ਹੈ। A principal of a school approaches him for the solution to the problem of accidents due to lack of speed breakers on the way of his school। ਤੇ ਡਿਪਟੀ ਕਮਿਸ਼ਨਰ ਦੇ ਕੋਲ ਸਕੂਲ ਦੇ ਪ੍ਰਿੰਸੀਪਲ ਜਾਂਦੇ ਨੇ ਤੇ ਉਹ ਆਪਣੀ ਸਮੱਸਿਆ ਦੱਸਦੇ ਨੇ ਵੀ ਬਹੁਤ ਸਾਰੇ ਐਕਸੀਡੈਂਟਸ ਹੋ ਜਾਂਦੇ ਨੇ ਜਦੋਂ ਸਕੂਲ ਵੱਲ ਨੂੰ ਆ ਰਹੇ ਹੁੰਦੇ ਨੇ। ਕਿਉਂਕਿ ਉੱਥੇ ਨਾ ਸਪੀਡ ਬ੍ਰੇਕਰ ਨਹੀਂ ਹੈਗੇ ਨੇ। ਸਪੀਡ ਬ੍ਰੇਕਰ ਯਾਨੀ ਸੜਕ ਦੇ ਵਿੱਚ ਜਿਵੇਂ ਸਾਨੂੰ ਜੰਪ ਮਾਰਨਾ ਪੈਂਦਾ ਨਾ ਵਹੀਕਲ ਤੇ ਉਹ ਸਪੀਡ ਬ੍ਰੇਕਰ ਨਹੀਂ ਹੈਗੇ ਨੇ ਜਿਹੜੇ ਸਾਡੇ ਸਪੀਡ ਨੂੰ ਘਟਾਉਂਦੇ ਨੇ, ਤੇ ਇਸੇ ਕਰਕੇ ਬਹੁਤ ਸਾਰੇ ਐਕਸੀਡੈਂਟਸ ਹੋ ਰਹੇ ਨੇ, ਹਾਦਸੇ ਹੋ ਰਹੇ ਨੇ ਕਿਉਂਕਿ ਬੱਚੇ ਬਹੁਤ ਤੇਜ਼ ਚਲਾਉਂਦੇ ਨੇ। The deputy commissioner will try to solve his problem with his wisdom and understanding and find a suitable solution। ਹੁਣ ਇਹ ਜਿਹੜੇ ਡੈਪੂਟੀ ਕਮਿਸ਼ਨਰ ਨੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ਆਪਣੇ ਬੁੱਧੀ ਦੇ ਨਾਲ, ਆਪਣੀ ਸਮਝ ਦੇ ਨਾਲ, ਤੇ ਇੱਕ ਵਧੀਆ ਸੋਲੂਸ਼ਨ ਲੈ ਕੇ ਆਣਗੇ। ਦੇਖੋ ਮੈਨੂੰ ਇਹ ਲੱਗਦਾ ਹੈ ਵੀ ਇਹਦੇ ਲਈ ਇੱਕ ਤਾਂ ਲਾਈਟਸ ਲਾਈਆਂ ਜਾ ਸਕਦੀਆਂ ਨੇ ਥਾਂ ਤੇ, ਹੈ ਨਾ। ਦੂਜਾ ਸਪੀਡ ਬ੍ਰੇਕਰ ਲਾ ਦੇਣੇ ਚਾਹੀਦੇ ਨੇ। ਤੀਜਾ ਬੱਚਿਆਂ ਦਾ ਚਲਾਨ ਕਰਨਾ ਚਾਹੀਦਾ। ਕੀ ਹੋਣਾ ਚਾਹੀਦਾ? ਸਪੀਡ ਬ੍ਰੇਕਰ ਤਾਂ ਬਣਨੇ ਹੀ ਚਾਹੀਦੇ ਨੇ। ਦੇਖੋ ਆਪਾਂ ਜੇ ਸਪੀਡ ਬ੍ਰੇਕਰਸ ਦੀ ਗੱਲ ਕਰੀਏ ਉਹ ਪੂਰੇ ਏਦਾਂ ਕਰਕੇ ਸੜਕ ਤੇ ਹੁੰਦੇ ਨੇ। ਇਹਦੀ ਥਾਂ ਤੇ ਜੇ ਸਪੀਡ ਬ੍ਰੇਕਰ ਨਹੀਂ ਹੈਗੇ ਨੇ ਤਾਂ ਆਪਾਂ ਸਟਾਪ ਸਾਈਨ ਲਾ ਸਕਦੇ ਹਾਂ ਵੀ ਰੁਕੋ। ਉਸ ਤੋਂ ਇਲਾਵਾ ਸਪੀਡ ਰੇਡਾਰ ਹੁੰਦੇ ਨੇ ਵੀ ਜਿਹੜੇ ਸਪੀਡ ਫੜ ਲੈਂਦੇ ਨੇ ਵੀ ਕਿਹੜਾ ਬੰਦਾ ਕਿੰਨੀ ਤੇਜ਼ ਆ ਰਿਹਾ, ਉਹ ਵੀ ਹੋ ਸਕਦਾ। ਉਸ ਤੋਂ ਇਲਾਵਾ ਕੈਮਰਾਸ ਵੀ ਲਾਏ ਜਾ ਸਕਦੇ ਨੇ। ਫਿਰ ਸਪੀਡ ਬੰਪਸ ਲਾਏ ਜਾ ਸਕਦੇ ਨੇ। ਇਹ ਕੀ ਹੁੰਦਾ, ਐਵੇਂ ਗੈਪ ਪਾ ਕੇ ਏਦਾਂ ਕਰਕੇ ਹੁੰਦਾ ਥੋੜੇ ਡਿਸਟੈਂਸ ਤੇ। ਜਾਂ ਫਿਰ ਸਪੀਡ ਹੰਪਸ, ਛੋਟੇ ਜੇ ਏਦਾਂ ਕਰਕੇ ਉਹ ਉੱਤੇ ਨੂੰ ਉਠਾ ਦਿੰਦੇ ਨੇ ਸੜਕ ਨੂੰ, ਤੇ ਉਹ ਲਾਏ ਜਾ ਸਕਦੇ ਨੇ। ਹੁਣ ਇਹਨਾਂ ਵਿੱਚੋਂ ਕਿਹੜਾ ਬੈਸਟ ਸੋਲੂਸ਼ਨ ਹੈਗਾ ਉਹ ਤੁਸੀਂ ਮੈਨੂੰ ਦੱਸਿਓ। ਇੱਕ ਹੋਰ ਇੱਥੇ ਐਕਟੀਵਿਟੀ ਦਿੱਤੀ ਹੋਈ ਹੈ। Under the guidance of the teacher, one of the students from the third group will show the students the given picture, brain test। ਹੁਣ ਟੀਚਰ ਦੀ ਗਾਈਡੈਂਸ ਦੇ ਹੇਠ ਬੱਚੇ ਜਿਹੜੇ ਨੇ ਤੀਜੇ ਗਰੁੱਪ ਤੇ ਉਹ ਇੱਕ ਪਿਕਚਰ ਦਿਖਾਣਗੇ, ਇੱਕ ਬ੍ਰੇਨ ਟੈਸਟ ਹੈਗਾ। And ask the students to complete for finding out the solution to the problem। ਤੇ ਇਸ ਸਮੱਸਿਆ ਦਾ ਹੱਲ ਕੱਢਣਾ ਹੈ ਵੀ ਕੀ ਹੋਊਗਾ, ਬੱਚੇ ਆਪਸ ਦੇ ਵਿੱਚ ਡਿਸਕਸ ਕਰ ਸਕਦੇ ਨੇ। ਤੇ ਮੇਰੇ ਹਿਸਾਬ ਦੇ ਨਾਲ ਇਹਦਾ ਆਨਸਰ ਜਿਹੜਾ ਬਣ ਰਿਹਾ ਉਹ 155 ਬਣ ਰਿਹਾ। ਹੁਣ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਵੀ ਕੀ ਆਨਸਰ ਹੈਗਾ ਤੇ ਉਹ ਕਿਵੇਂ ਬਣ ਰਿਹਾ। ਆਪਾਂ ਅੱਗੇ ਚੱਲਦੇ ਹਾਂ। ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ, ਫੋਰਥ ਐਕਟੀਵਿਟੀ। One student from the fourth group will draw the given picture on the blackboard। यानी चौथे ग्रुप ਦੇ ਵਿੱਚੋਂ ਇੱਕ ਬੱਚਾ ਜਾ ਕੇ ਇਹ ਜਿਹੜਾ ਹੈਗਾ ਇਹਨੂੰ ਬਲੈਕਬੋਰਡ ਤੇ ਡਰਾ ਕਰੂਗਾ। He will ask all the students to find out its solution after understanding it properly। ਤੇ ਇਹਨੂੰ ਸਮਝਦੇ ਹੋਏ ਬੱਚਿਆਂ ਨੂੰ ਕਹੇਗਾ ਵੀ ਹਾਂ ਇਹਦਾ ਜਵਾਬ ਦਿਓ। The student who finds its solution first will be the winner। ਤੇ ਜਿਹੜਾ ਬੱਚਾ ਇਹਦਾ ਸੋਲੂਸ਼ਨ ਕੱਢ ਦੂਗਾ ਉਹ ਅਸਲ ਦੇ ਵਿੱਚ ਵਿਨਰ ਹੋ ਜਾਊਗਾ। In this activity, the students will be asked to find out how many squares are there in this picture। ਅਸਲ ਦੇ ਵਿੱਚ ਬੱਚਿਆਂ ਨੇ ਇਹਦੇ ਵਿੱਚ ਦੱਸਣਾ ਹੈ ਵੀ ਕਿੰਨੇ ਸਕੁਅਰ ਹੈਗੇ ਨੇ। ਜਿਵੇਂ A ਇੱਕ ਸਕੁਅਰ ਹੈਗਾ, ਠੀਕ ਹੈ, ਇੱਥੇ ਇੱਕ ਵੱਡਾ ਵਾਲਾ A ਵਾਲਾ ਸਕੁਅਰ ਹੈਗਾ। ਉਸ ਤੋਂ ਇਲਾਵਾ A ਇੱਕ ਸਕੁਅਰ ਬਣ ਰਿਹਾ, ਇੱਥੇ ਵੀ ਇੱਕ ਸਕੁਅਰ, ਸੌਰੀ ਏਦਾਂ ਨਹੀਂ, A ਵਿਚਕਾਰ ਏਦਾਂ ਵੀ ਇੱਕ ਸਕੁਅਰ ਬਣ ਰਿਹਾ, ਇੱਥੇ ਵੀ ਸਕੁਅਰ ਬਣ ਰਿਹਾ। ਤੇ ਏਦਾਂ ਕਰਕੇ ਕਿੰਨੇ ਸਕੁਅਰ ਬਣ ਰਹੇ ਨੇ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਹੁਣ ਆਪਾਂ ਅੱਗੇ ਚੱਲਦੇ ਹਾਂ। ਇੱਕ ਵਰਕਸ਼ੀਟ ਦਿੱਤੀ ਹੋਈ ਹੈ। ਪਹਿਲਾ ਸਵਾਲ ਹੈਗਾ, ਇਸ ਪ੍ਰੋਬਲਮ ਨਾਟ ਅ ਸਾਈਕੋਲੋਜੀਕਲ ਪ੍ਰੋਸੈਸ ਇਨ ਸਾਈਕੋਲੋਜੀ।
कि ਜਿਹੜੀ ਸਮੱਸਿਆ ਹੈਗੀ ਹੈ ਸਾਈਕੋਲੋਜੀ ਦੇ ਵਿੱਚ ਉਹ ਇੱਕ ਸਾਈਕੋਲੋਜੀਕਲ ਪ੍ਰੋਬਲਮ ਨਹੀਂ ਹੈਗੀ ਹੈ ਯੈਸ ਜਾਂ ਨੋ ਦੇ ਵਿੱਚ ਜਵਾਬ ਦੇਣਾ ਹੈ ਤੁਸੀਂ ਤੇ ਮੈਂ ਇੱਥੇ ਆਨਸਰ ਲਿਖਿਆ ਯੈਸ ਪ੍ਰੋਬਲਮ ਇਜ਼ ਅ ਸਾਈਕੋਲੋਜੀਕਲ ਪ੍ਰੋਸੈਸ ਇਨ ਸਾਈਕੋਲੋਜੀ ਮਨੋਵਿਗਿਆਨ ਵਿੱਚ ਜਿਹੜੀ ਪ੍ਰੋਬਲਮ ਹੈਗੀ ਹੈ ਸਮੱਸਿਆ ਹੈਗੀ ਹੈ ਉਹ ਇੱਕ ਮਨੋਵਿਗਿਆਨਿਕ ਪ੍ਰਤੀਕਿਰਿਆ ਹੈਗੀ ਹੈ दूजा सवाल कैन एवरी प्रॉब्लम बी सॉल्व्ड कि हर समस्या का हल हो सकता है ते इत्थे दा आंसर है यस एवरी प्रॉब्लम कैन बी सॉल्व्ड हर समस्या का हल हो सकता है प्रॉब्लम शुड बी डेल्ट विद पेशेंस एंड इंटैलिजेंस यस या नो कि हर समस्या नू सानू अपने धीरज ते बुद्धि नाल ही ओनू सॉल्व करना चाहिए ते मैं इत्थे लिखिया यस प्रॉब्लम शुड बी डेल्ट विद पेशेंस एंड इंटैलिजेंस ਅੱਗੇ ਸਾਨੂੰ ਕਿਹਾ ਕਿ ਇੱਥੇ ਕੁਝ ਵਰਡਸ ਦਿੱਤੇ ਹੋਏ ਨੇ ਤੁਸੀਂ ਇਹਨਾਂ ਦਾ ਮਤਲਬ ਦੱਸਣਾ ਹੈ ਜਾਂ ਇਹਨਾਂ ਦੇ ਸਿਨੋਨਿਮਸ ਯਾਨੀ ਇਹਨਾਂ ਵਰਗੇ ਹੋਰ ਵਰਡਸ ਦੱਸਣੇ ਨੇ ਤੇ ਮੈਂ ਇੱਥੇ ਲਿਖਿਆ ਜਿਵੇਂ ਪੇਸ਼ੈਂਸ ਯਾਨੀ ਧੀਰਜ ਉਹਦੇ ਲਈ ਹੋਰ ਵਰਡਸ ਹੋ ਸਕਦਾ ਹੈ ਟੋਲਰੈਂਸ ਕੰਪੋਜ਼ਰ ਕਾਮਨੈਸ ਟੂ ਡੀਲ ਵਿਦ ਯਾਨੀ ਕਿਸੇ ਚੀਜ਼ ਨਾਲ ਨਜਿੱਠਣਾ ਉਹਦਾ ਹੋ ਸਕਦਾ ਹੈ ਕੋਪ ਵਿਦ ਹੈਂਡਲ ਕੰਟਰੋਲ ਕਾਮ ਯਾਨੀ ਸ਼ਾਂਤ ਇਹਦਾ ਹੋ ਸਕਦਾ ਹੈ ਪੀਸ ट्रैंक्विल रेस्टलेस बेचैन ओदा हो सकता है रेकलेस या अनकंफर्टेबल बंगलो हुंदा हैगा बंगला जिवें पंजाबी च आपां कहीदा है ओदा हो गया अपार्टमेंट इत्थे एक होर सवाल दिता होया है व्हाट इज डिफिकल्टी मुश्किल की हुंदी है हाउ कैन इट बी सॉल्व्ड ते ओदा हल किवें कीता जा सकदा ਇਹਦਾ ਆਨਸਰ ਮੈਂ ਇੱਥੇ ਲਿਖਿਆ ਡਿਫਿਕਲਟੀ ਇਜ਼ ਅ ਪ੍ਰੋਬਲਮ ਇਨ ਸੋਲਵਿੰਗ ਅ ਪਾਰਟਿਕੂਲਰ ਟਾਸਕ ਔਰ ਐਨ ਐਕਟੀਵਿਟੀ ਜਦ ਆਪਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ ਕਿਸੇ ਕਾਰਜ ਨੂੰ ਪੂਰਾ ਕਰਨ ਦੇ ਲਈ ਉਹ ਹੁੰਦੀ ਹੈ ਡਿਫਿਕਲਟੀ ਇਟ ਕੁਡ ਆਲਸੋ ਬੀ ਐਨ ਆਬਸਟੈਕਲ ਇਹ ਇੱਕ ਰੁਕਾਵਟ ਵੀ ਹੋ ਸਕਦਾ ਹੈ ਰਸਤੇ ਦੇ ਵਿੱਚ ਦੈਟ ਇਜ਼ देयर ਇਨ ਦ ਪਾਥ ਜਿਹੜਾ ਰਸਤੇ ਵਿੱਚ ਹੁੰਦੀ ਹੈ ਫॉर ਐਗਜ਼ਾਮਪਲ ਜਿਵੇਂ ਕਿ ਸ਼ੀ ਇੱਥੇ ਆਏਗਾ ਇਜ਼ ਹੈਵਿੰਗ ਡਿਫਿਕਲਟੀ with her school work this year ਐਤ ਸਾਲ ਉਹਨੂੰ ਆਪਣਾ ਸਕੂਲ ਦਾ ਕੰਮ ਕਰਨ ਦੇ ਵਿੱਚ ਡਿਫਿਕਲਟੀ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਫॉर ਐਗਜ਼ਾਮਪਲ 6 months after the accident 6 ਮਹੀਨੇ ਹੋ ਗਏ ਦੁਰਘਟਨਾ ਨੂੰ ਹੋਏ he still has difficulty walking ਉਹਨੂੰ ਚੱਲਣ ਦੇ ਵਿੱਚ ਅਜੇ ਵੀ ਦਿੱਕਤ ਆ ਰਹੀ ਹੈ ਤੇ ਇੱਥੇ ਮੈਂ ਦੱਸਿਆ ਹੈ ways of overcoming difficulty can be ਕਿਵੇਂ ਤੁਸੀਂ ਨਜਿੱਠ ਸਕਦੇ ਹੋ ਮੁਸ਼ਕਲ ਨੂੰ make a strategy एक स्ट्रैटेजी बनाओ एक तरीका बनाओ किवें उन्होंने नजिठिया जा सकता है आस्क फॉर हेल्प मदद लई तुसी पूछ सकते हो किसी नू एक्सप्रैस योरसेल्फ अपने आप नू बयान करो एक्सेप्ट हेल्प जे कोई मदद दे रहे उन्होंने स्वीकार करो हेल्प अदर्स दूजियां दी भी मदद करो थिंक बिग यानी जेड़ा अपना दिमाग हैगा उहदा दायरा थोड़ा खोलो वड्डा सोचो हैव अ पॉजिटिव माइंडसेट यानी कि वधिया सोचो पॉजिटिव सोचो ये नहीं भी कुड़ी जाओ अंदर सड़ी जो पॉजिटिव रहो जे मुश्किल भी आ गई कोई ना हल हो जाऊगा थ्रू ऑल दीज एक्टिविटीज इन सारी गतिविधियां राही द कंसर्न टीचर बिकम्स अ बीकन जेड़े अध्यापक ये गतिविधियां करा रहे ने ओहो एक लाइट दा काम करनगे अग दा काम करनगे जेड़ा रोशनी दिखांदा है रस्ता दिखांदा है and motivates all the students से सारे बच्चों को प्रोत्साहित करेंगे to find the right solutions to all the problems सारी समस्यावां दे सही solution करना हल लभना with self confidence and positive thinking अपने विच आत्मविश्वास रखते हुए ते positive सोच रखते हुए there is no problem without a solution सगों आपां तां इह कहांगे कि हल तो बिना कोई समस्या ही नहीं हुंदी students will be made capable of solving every problem intelligently ਤੇ ਵਿਦਿਆਰਥੀਆਂ ਨੂੰ ਹਰ ਸਮੱਸਿਆ ਨੂੰ ਸਮਝਦਾਰੀ ਨਾਲ ਹੱਲ ਕਰਨ ਦੇ ਯੋਗ ਬਣਾਇਆ ਜਾਵੇਗਾ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੈ ਤੇ ਇਹ ਵੀ ਪਤਾ ਲੱਗ ਗਿਆ ਵੀ ਕਿੰਨਾ ਜ਼ਰੂਰੀ ਹੈ ਆਪਣੇ ਉੱਤੇ ਵਿਸ਼ਵਾਸ ਰੱਖਣਾ ਤੇ ਹਰ ਸਮੱਸਿਆ ਦਾ ਹੱਲ ਲੱਭਣਾ ਸੋਚ ਸਮਝ ਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਨੈਕਸਟ ਕਲਾਸ ਦੇ ਵਿੱਚ ਲਾਸਟ ਚੈਪਟਰ ਜ਼ਰੂਰ ਕਰਾਂਗੇ till then take care bye bye